TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੇ ਖੁੱਲ੍ਹ ਗਏ ਭੇਤ। ਗੈਂਗਸਟਰ ਬੰਬੀਹਾ ਦੇ ਪਿੰਡ ਵਿੱਚ ਚੱਲੀਆਂ ਗੋਲੀਆਂ। ਸੰਗਰੂਰ ਦੇ ਰੋਡ ਸ਼ੋਅ ਵਿੱਚ ਕੇਜਰੀਵਾਲ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦਾ ਸਫਾਇਆ ਕਰਨ ਦੀ ਵਚਨਬੱਧਤਾ ਨੂੰ ਫਿਰ ਦੁਹਰਾਇਆ। ਬਜਟ ਸੈਸ਼ਨ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਹੋਵੇਗਾ ਪੇਸ਼ ਅਤੇ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਰੁਪਏ ਦਾ ਦੁੱਖ ਦਾ ਇਤਿਹਾਸ ਤੁਹਾਡੇ ਨਾਲ ਕਰਾਂਗੇ ਸਾਂਝਾ। ਦੋਸਤੋ, ਇਹ ਕੁਝ ਜਾਣਕਾਰੀਆਂ ਵਿਸਥਾਰ ਦੇ ਨਾਲ ਵਿਚਾਰਾਂਗਾ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਬੀਤੀ 29 ਤਰੀਕ ਤੋਂ ਤਕਰੀਬਨ 3 ਹਫ਼ਤੇ ਹੋ ਗਏ ਹੈ, ਸਭਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਉੱਤੇ ਕਿ ਕੌਣ ਮਾਰ ਗਿਆ, ਕਿਉਂ ਮਾਰ ਦਿੱਤਾ, ਉਹਦੇ ਪਿੱਛੇ ਕੌਣ ਸੀ, ਮਾਸਟਰਮਾਈਂਡ ਕੌਣ ਸੀ, ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਗੋਲੀਆਂ ਚਲਾਈਆਂ ਉਹ ਕੌਣ ਸੀ। ਆਪਾਂ ਕੱਲ੍ਹ ਦੇ ਪ੍ਰੋਗਰਾਮ ਦੌਰਾਨ ਵੀ ਜ਼ਿਕਰ ਕਰ ਰਹੇ ਸੀ ਕਿ ਜੇਕਰ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੇ ਦੌਰਾਨ ਜਿਸ ਤਰ੍ਹਾਂ ਉਹਨੇ ਮਨਮੋਹਨ ਉਰਫ ਮੋਹਣਾ ਦਾ ਟਿਕਾਣਾ ਦੱਸਿਆ, ਜਿਸ ਤਰ੍ਹਾਂ ਉਹਨੇ ਦੱਸਿਆ ਕਿ ਰੇਕੀ ਕਿਹਦੇ ਤੋਂ ਕਦੋਂ ਕਰਵਾਈ ਗਈ, ਤੇ ਆਪਾਂ ਗੱਲ ਕਰ ਰਹੇ ਸੀ ਕਿ ਜੇਕਰ ਹਥਿਆਰ ਬਰਾਮਦ ਹੋ ਗਏ ਤੇ ਫਿਰ ਸਾਰੀਆਂ ਪਰਤਾਂ ਖੁੱਲ੍ਹ ਜਾਣਗੀਆਂ। ਹਾਲੇ ਹਥਿਆਰ ਉਹ ਤਾਂ ਨਹੀਂ ਬਰਾਮਦ ਹੋਏ, ਪਰ ਜਿਹੜੇ ਬੰਦੇ ਆਪਣੇ ਹੱਥਾਂ ਦੇ ਨਾਲ ਕਤਲ ਕਾਂਡ ਨੂੰ ਅੰਜਾਮ ਦੇ ਕੇ ਗਏ ਹੈ ਉਹ ਪੁਲਿਸ ਨੇ ਚੁੱਕ ਲਏ ਹੈ। ਇਹਨਾਂ ਦੇ ਵਿੱਚ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਇਹ ਦੋਵੇਂ ਜਾਣੇ ਆਪਣੇ ਤੀਸਰੇ ਸਾਥੀ ਕੇਸ਼ਵ ਦੇ ਨਾਲ ਗੁਜਰਾਤ ਦੀ ਮੁਦਰਾ ਜਿਹੜੀ ਬੰਦਰਗਾਹ ਏ ਉਹਦੇ ਬਿਲਕੁਲ ਨੇੜੇ ਇੱਕ ਕਿਰਾਏ ਦਾ ਮਕਾਨ ਲੈ ਕੇ ਉਹਦੇ ਵਿੱਚ ਰਹਿ ਰਹੇ ਸੀ, ਉੱਥੇ ਲੁਕੇ ਹੋਏ ਸੀ। ਦੱਸਣਾ ਬਣਦਾ ਕਿ ਫੌਜੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੜੀ ਸਿਸਾਨਾ ਦਾ ਰਹਿਣ ਵਾਲਾ ਹੈ ਤੇ ਪੂਰੇ ਕਤਲ ਕਾਂਡ ਨੂੰ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਲੀਡ ਵੀ ਇਹੀ ਕਰ ਰਿਹਾ ਸੀ। ਕੇਸ਼ਵ ਉਰਫ ਕੁਲਦੀਪ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਬੇਰੀ ਨਾਲ ਸੰਬੰਧਿਤ ਹੈ ਤੇ ਉਹਦੇ ਖਿਲਾਫ 2021 ਦੇ ਵਿੱਚ ਇੱਕ ਕਤਲ ਕੇਸ ਦਾ ਮੁਕੱਦਮਾ ਵੀ ਦਰਜ ਹੈ ਤੇ ਕਸ਼ਿਸ਼ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਇਹਦੇ ਖਿਲਾਫ ਵੀ ਕਈ ਮੁਕੱਦਮੇ ਦਰਜ ਨੇ। ਦਿੱਲੀ ਪੁਲਿਸ ਨੇ ਜਿਹੜੇ ਖੁਲਾਸੇ ਕੀਤੇ ਨੇ ਸੱਚਮੁੱਚ ਹੈਰਾਨੀਜਨਕ ਨੇ ਕਿ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੇ ਵਿੱਚ ਕੁੱਲ 6 ਸ਼ਾਰਪ ਸ਼ੂਟਰ ਸ਼ਾਮਲ ਸੀ। ਉਹ ਕਰੋਲਾ ਅਤੇ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸੀ। ਦਿੱਲੀ ਪੁਲਿਸ ਨੇ ਆਖਿਆ ਕਿ ਜੇਕਰ ਉਹਨਾਂ ਨੇ ਹੁਣ ਤੱਕ ਮੁੱਢਲੀ ਜਾਣਕਾਰੀ ਵਿੱਚ ਦੱਸਿਆ ਕਿ ਸਾਡੇ ਹਥਿਆਰ ਫੇਲ ਹੋ ਜਾਂਦੇ ਜਾਂ ਪਲਾਨ A ਨਾਕਾਮ ਹੋ ਜਾਂਦਾ ਤਾਂ ਖਾਲੀ ਨਹੀਂ ਸੀ ਅਸੀਂ ਮੁੜਨਾ। ਜੇ ਸਾਨੂੰ ਉੱਥੇ ਕੋਈ ਖਤਰਾ ਖੜਾ ਹੋ ਜਾਂਦਾ, ਜਿਸ ਤਰੀਕੇ ਨਾਲ ਆਖਿਆ ਜਾਂਦਾ ਕਿ ਜੇਕਰ ਸਿੱਧੂ ਦੇ ਨਾਲ ਉਹਦੇ ਗਨਮੈਨ ਹੁੰਦੇ ਵੀ ਤਾਂ ਵੀ ਉਹ ਕਹਿੰਦੇ ਖਾਲੀ ਨਹੀਂ ਸੀ ਅਸੀਂ ਮੁੜਦੇ, ਤੇ ਫਿਰ ਅਸੀਂ ਤਿਆਰੀ ਕਰਕੇ ਅਸੀਂ ਗ੍ਰਨੇਡ ਹਮਲੇ ਦੀ। ਜੇਕਰ ਉਹਦੇ ਕੋਲ ਬੁਲਟ ਪ੍ਰੂਫ ਗੱਡੀ ਵੀ ਹੁੰਦੀ ਤਾਂ ਅਸੀਂ ਗ੍ਰਨੇਡ ਹਮਲਾ ਉਹਦੀ ਗੱਡੀ ਤੇ ਕਰਨਾ ਸੀ। ਭਾਵ A ਅਤੇ B ਦੋ ਪਲਾਨ ਨਾਲੋਂ ਨਾਲ, ਦੋ ਯੋਜਨਾਵਾਂ ਨਾਲੋਂ ਨਾਲ ਸਮਾਨਾਂਤਰ ਕੰਮ ਕਰ ਰਹੀਆਂ ਸੀ। ਬੀਤੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਮੈਂ ਜ਼ਿਕਰ ਕੀਤਾ ਸੀ ਕਿ ਇੱਕ ਫੌਜੀ ਜਿਹੜਾ ਕਹਿੰਦਾ ਸੀ ਕਿ ਬਹੁਤ ਸਾਰੇ ਗੈਂਗਸਟਰ ਕਿਸ ਤਰੀਕੇ ਨਾਲ ਕੰਮ ਕਰਦੇ ਆ, ਉਹਨਾਂ ਨੇ ਵੀ ਦੱਸਿਆ ਸੀ ਕਿ ਪਲਾਨ 2 ਹਮੇਸ਼ਾ ਨਾਲੋਂ ਨਾਲ ਕੰਮ ਕਰਦੇ ਆ। ਇਸ ਕਤਲ ਕਾਂਡ ਦੇ ਵਿੱਚ ਵੀ A ਅਤੇ B ਦੋ ਸਕੀਮਾਂ ਸਨ। ਇਹਦੇ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਇਹਨਾਂ ਹਥਿਆਰਿਆਂ ਨੇ ਪੁਲਿਸ ਦੀ ਵਰਦੀ ਵੀ ਕੋਲ ਰੱਖੀ ਹੋਈ ਸੀ। ਤੁਸੀਂ ਦੇਖੋ ਕਿ ਪੁਲਿਸ ਦੀ ਵਰਦੀ ਪਾ ਕੇ ਜੇਕਰ ਲੋੜ ਪਈ ਤਾਂ ਹਮਲਾ ਕਰਾਂਗੇ। ਹਾਲਾਂਕਿ ਉਹਨਾਂ ਕੋਲ ਕੋਈ ਨੇਮ ਪਲੇਟ ਨਹੀਂ ਸੀ। ਇਹ ਵਜ੍ਹਾ ਦੇ ਕਾਰਨ ਉਹਨਾਂ ਨੇ ਵਰਦੀਆਂ ਪਾਈਆਂ ਨਹੀਂ, ਪਰ ਵਰਦੀਆਂ ਪੁਲਿਸ ਵਾਲੀਆਂ ਨਾਲ ਲੈ ਕੇ ਗਏ ਸੀ। ਇਹ ਵੀ ਦੱਸਿਆ ਗਿਆ ਕਿ ਸਿੱਧੂ ਨੂੰ ਕਤਲ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਉਚੇਚੇ ਤੌਰ ਤੇ ਗੋਲਡੀ ਬਰਾੜ ਨੂੰ ਜਾਣਕਾਰੀ ਦਿੱਤੀ। ਭਾਵ ਕਤਲ ਤੋਂ ਪਹਿਲਾਂ ਵੀ ਅਤੇ ਕਤਲ ਤੋਂ ਬਾਅਦ ਵੀ ਗੋਲਡੀ ਬਰਾੜ ਦੇ ਉਹ ਟੱਚ ਵਿੱਚ ਸੀ, ਸੰਪਰਕ ਵਿੱਚ ਸੀ ਤੇ ਦੱਸਿਆ, ਉਹ ਕਹਿੰਦੇ ਫੋਨ ਕਰਕੇ ਕਿ ਜਿਹੜਾ ਕੰਮ ਤੁਸੀਂ ਸਾਡੇ ਜਿੰਮੇ ਲਾਇਆ ਸੀ ਉਹ ਕੰਮ ਨੇਪਰੇ ਚਾੜ ਦਿੱਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਕਮਿਸ਼ਨਰ ਨੇ HGS ਧਾਲੀਵਾਲ ਸਾਹਿਬ ਦੇ ਦੱਸਣ ਦੇ ਅਨੁਸਾਰ ਮੂਸੇਵਾਲੇ ਦੇ ਕਤਲ ਕਾਂਡ ਨੂੰ ਅੰਜਾਮ ਦੇਣ ਦੇ ਵਾਸਤੇ 2 ਮੋਡਿਊਲ ਐਕਟਿਵ ਸੀ। ਦੋਵੇਂ ਹੀ ਕੈਨੇਡਾ ਦੇ ਵਿੱਚ ਬੈਠੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਵੀ ਸੀ।
ਉਹਨਾਂ ਦੇ ਦੱਸਣ ਅਨੁਸਾਰ ਜਿਹੜੀ ਮੁੱਢਲੀ ਜਾਣਕਾਰੀ ਉਹਨਾਂ ਨੂੰ ਮਿਲੀ ਹੈ ਤੇ ਉਹਨਾਂ ਨੇ ਉਹ ਮੀਡੀਆ ਨੂੰ ਰਿਲੀਜ਼ ਕੀਤੀ ਹੈ। ਦੱਸਣ ਦੇ ਅਨੁਸਾਰ ਬਲੈਰੋ ਨੂੰ ਕਸ਼ਿਸ਼ ਚਲਾ ਰਿਹਾ ਸੀ ਅਤੇ ਉਸ ਟੀਮ ਨੂੰ ਲੀਡ ਕਰ ਰਿਹਾ ਸੀ ਪ੍ਰਵਰਤ ਫੌਜੀ ਅਤੇ ਉਹਨਾਂ ਦੇ ਨਾਲ ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਉਹ ਨਾਲ ਸਨ ਬਲੈਰੋ ਗੱਡੀ ਦੇ ਵਿੱਚ। ਕਰੋਲਾ ਗੱਡੀ ਦੇ ਵਿੱਚ ਜਗਰੂਪ ਉਰਫ ਰੂਪਾ ਉਸ ਕਰੋਲਾ ਕਾਰ ਨੂੰ ਚਲਾ ਰਿਹਾ ਸੀ ਤੇ ਉਹਦੇ ਨਾਲ ਬੈਠਾ ਸੀ ਮਨਪ੍ਰੀਤ ਮੰਨੂ। ਇਹ ਵੀ ਦੱਸਿਆ ਗਿਆ ਹੈ ਕਿ ਪਹਿਲਾਂ ਮੋਗੇ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਨੇ AK-47 ਦੇ ਨਾਲ ਸਿੱਧੂ ਮੂਸੇਵਾਲੇ ਤੇ ਫਾਇਰ ਖੋਲ੍ਹਿਆ। ਮੂਸੇਵਾਲੇ ਦੀ ਥਾਰ ਗੋਲੀ ਲੱਗਣ ਤੋਂ ਬਾਅਦ ਰੁਕਦੀ ਹੈ। ਫਿਰ ਬਾਕੀ ਦੇ ਸ਼ੂਟਰ ਕਰੋਲਾ ਚੋਂ ਵੀ ਅਤੇ ਬਲੈਰੋ ਦੇ ਵਿੱਚੋਂ ਵੀ ਤਕਰੀਬਨ ਸਾਰੇ ਦੇ ਸਾਰੇ ਕਹਿੰਦੇ ਬਾਹਰ ਆਉਂਦੇ ਆ ਤੇ ਬਾਹਰ ਆ ਕੇ 6 ਦੇ 6 ਇਹ ਜਿਹੜੇ ਹਥਿਆਰੇ ਸੀ, ਸ਼ਾਰਪ ਸ਼ੂਟਰ ਸੀ, ਇਹਨਾਂ ਨੇ ਮੂਸੇਵਾਲਾ ਦੇ ਉੱਤੇ ਧੂਆਂਧਾਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਲਾਂ ਛਿਣਾਂ ਦੇ ਵਿੱਚ ਉਸ ਗੱਭਰੂ ਨੂੰ ਮਿੱਟੀ ਦੇ ਢੇਰ ਦੇ ਵਿੱਚ ਬਦਲ ਦਿੱਤਾ। ਇਹ ਕਹਿੰਦੇ ਗੋਲੀਆਂ ਉਦੋਂ ਤੱਕ ਚਲਾਉਂਦੇ ਰਹੇ ਜਦੋਂ ਤੱਕ ਉਹਨਾਂ ਨੂੰ ਇਹ ਯਕੀਨ ਨਾ ਹੋ ਗਿਆ ਕਿ ਸਿੱਧੂ ਮੂਸੇਵਾਲਾ ਹੁਣ ਬਚ ਨਹੀਂ ਸਕਦਾ। ਜਦੋਂ ਪੱਕਾ ਹੋ ਗਿਆ ਉਹਦੇ ਤੋਂ ਬਾਅਦ ਫਿਰ ਆਪੋ ਆਪਣੀਆਂ ਗੱਡੀਆਂ ਵਿੱਚ ਫਿਰ ਸਵਾਰ ਹੋਏ ਤੇ ਫਿਰ ਉਹ ਫਰਾਰ ਹੋਏ। ਤੇ ਇਹਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਮਨੂ ਅਤੇ ਰੂਪਾ ਅਤੇ ਬਾਕੀ 4 ਵਿਅਕਤੀ ਉਹ ਆਪਣੀ ਬਲੈਰੋ ਦੇ ਵਿੱਚ ਉੱਥੋਂ ਨਿਕਲ ਜਾਂਦੇ ਆ। ਕੁਝ ਕੁ ਕਿਲੋਮੀਟਰ ਤੱਕ ਦੋਵੇਂ ਗੱਡੀਆਂ ਜਾਂਦੀਆਂ ਨੇ, ਫਿਰ ਗੱਡੀਆਂ ਰੋਕੀਆਂ ਜਾਂਦੀਆਂ ਨੇ। ਕੇਸ਼ਵ ਨੂੰ ਆਪਣੇ ਨਾਲ ਗੱਡੀ ਵਿੱਚ ਬਿਠਾਇਆ ਜਾਂਦਾ ਹੈ ਅਤੇ ਉੱਥੋਂ ਇਹ ਫਿਰ ਫਤਿਆਬਾਦ ਪਹੁੰਚਦੇ ਨੇ। ਫਿਰ ਕੁਝ ਦਿਨ ਉੱਥੇ ਰੁਕਦੇ ਆ। ਕੁਝ ਦਿਨ ਉੱਥੇ ਰੁਕਣ ਤੋਂ ਬਾਅਦ ਇਹ ਟਿਕਾਣੇ ਬਦਲਦੇ ਰਹੇ ਅਤੇ ਵੱਖ-ਵੱਖ ਥਾਵਾਂ ਤੇ ਠਹਿਰਦੇ, ਟਿਕਾਣੇ ਬਦਲਦੇ, ਲੁਕਦੇ, ਛਿਪਦੇ, ਆਖਰਕਾਰ ਇਹ ਗੁਜਰਾਤ ਵਿੱਚ ਜਾ ਪਹੁੰਚਦੇ ਆ। ਅਤੇ 19 ਜੂਨ ਦੀ ਸਵੇਰ ਸੀ। ਦਿੱਲੀ ਪੁਲਿਸ ਨੂੰ ਪੱਕੀ ਇਤਲਾਹ ਮਿਲੀ ਕਿਉਂਕਿ ਉਸ ਦਿਨ ਤੋਂ ਦਿੱਲੀ ਪੁਲਿਸ ਵੀ, ਹਰਿਆਣਾ ਪੁਲਿਸ ਵੀ, ਪੰਜਾਬ ਪੁਲਿਸ ਵੀ ਲਗਾਤਾਰ ਕਾਤਲਾਂ ਨੂੰ ਫੜਨ ਦੇ ਵਾਸਤੇ ਵੱਖੋ-ਵੱਖ ਟੀਮਾਂ ਬਣਾ ਕੇ ਜਾਂਚ ਵੀ ਕਰ ਰਹੀ ਸੀ, ਪੜਤਾਲ ਵੀ ਕਰ ਰਹੀ ਸੀ, ਛਾਪੇਮਾਰੀਆਂ ਵੀ ਕਰ ਰਹੀ ਸੀ। 19 ਜੂਨ ਦਾ ਤੜਕਾ ਸੀ, ਸਵੇਰੇ ਸੀ। ਦਿੱਲੀ ਪੁਲਿਸ ਨੇ ਛਾਪੇਮਾਰੀ ਦੇ ਦੌਰਾਨ ਇਹਨਾਂ ਨੂੰ ਖਾਰੀ ਮਿੱਠੀ ਰੋਡ ਮੁਦਰਾ ਪੋਰਟ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ। ਜਿਸ ਘਰ ਦੇ ਵਿੱਚੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪੁਲਿਸ ਨੇ ਦੱਸਿਆ ਕਿ ਇਹਨਾਂ ਨੇ ਉੱਥੋਂ ਦੇ ਕਿਸੇ ਲੋਕਲ ਡੀਲਰ ਦੇ ਜ਼ਰੀਏ ਉਸ ਮਕਾਨ ਨੂੰ ਕਿਰਾਏ ਤੇ ਲਿਆ ਸੀ ਤੇ ਗ੍ਰਿਫਤਾਰੀ ਦੇ ਵਕਤ ਦਿੱਲੀ ਪੁਲਿਸ ਦੇ ਦੱਸਣ ਦੇ ਅਨੁਸਾਰ ਇਹਨਾਂ ਕੋਲੋਂ 8 ਹਾਈ ਐਕਸਪਲੋਸਿਵ ਗ੍ਰਨੇਡ ਮਿਲੇ ਨੇ। ਅੰਡਰ ਬੈਰਲ ਗ੍ਰਨੇਡ ਲਾਂਚਰ ਮਿਲਿਆ। ਇਹ ਉਸੇ ਘਰ ਦੇ ਵਿੱਚੋਂ ਮਿਲਿਆ ਜਿੱਥੋਂ ਇਹ ਗ੍ਰਿਫਤਾਰ ਕੀਤੇ ਗਏ ਨੇ। ਇਹਨਾਂ ਨੂੰ AK-47 ਨਾਲ ਵੀ ਇਹ ਕਹਿੰਦੇ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਇਹਨਾਂ ਨੇ ਦੱਸਿਆ ਵੀ ਹੈ ਕਿ ਅਸੀਂ B ਪਲਾਨ ਸੀ ਜਿਹੜੀ AK-47 ਦੇ ਨਾਲ ਜਿਹੜੇ ਲਾਂਚਰ ਚੜ੍ਹਦੇ ਆ ਉਹਨਾਂ ਦੇ ਨਾਲ ਗ੍ਰਨੇਡ ਚੜ੍ਹਦੇ ਆ। ਜੇ A ਪਲਾਨ ਫੇਲ ਹੁੰਦਾ ਤੇ B ਦੇ ਨਾਲ ਅਸੀਂ ਉਦੋਂ ਕਤਲकांड ਨੂੰ ਅੰਜਾਮ ਦੇਣਾ ਸੀ। ਇਹਦੇ ਤੋਂ ਇਲਾਵਾ ਇਹਨਾਂ ਕੋਲੋਂ ਇੱਕ ਅਸਾਲਟ ਰਾਈਫਲ ਮਿਲੀ ਹੈ, 3 ਪਿਸਟਲ ਮਿਲੇ ਨੇ, 36 ਰਾਉਂਡ ਕਾਰਤੂਸ ਮਿਲੇ ਨੇ। AK ਸੀਰੀਜ਼ ਅਸਾਲਟ ਰਾਈਫਲ ਦਾ ਇੱਕ ਪਾਰਟ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ। ਹੁਣ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਪ੍ਰਿਆਵਰਤ ਫੌਜੀ ਕੌਣ ਹੈ। ਅਸਲ ਇਹ ਉਹ ਹੈ ਜਿਹੜਾ ਇਸ ਕਤਲकांड ਨੂੰ ਲੀਡ ਕਰ ਰਿਹਾ ਸੀ, ਅਗਵਾਈ ਕਰ ਰਿਹਾ ਸੀ। ਹਰਿਆਣਾ ਦੇ ਸੋਨੀਪਤ ਦੇ ਗੜੀ ਸਿਸਾਨਾ ਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ, ਉੱਥੋਂ ਦਾ ਰਹਿਣ ਵਾਲਾ ਹੈ। ਇਹਦੇ ਉੱਤੇ 2 ਕਤਲਾਂ ਦੇ ਸਮੇਤ ਕੁੱਲ 11 ਮੁਕੱਦਮੇ ਹੁਣ ਤੱਕ ਦਰਜ ਸੀ। ਸੋਨੀਪਤ ਦੇ ਖਰਖੌਦਾ ਤੇ ਬਰੋਦਾ ਥਾਣੇ ਦੇ ਵਿੱਚ ਇਹਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੈ। 10 ਮਾਮਲਿਆਂ ਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਇਸ ਤੋਂ ਬਾਅਦ ਉਸ ਦਾ ਨਾਮ ਤਕਰੀਬਨ 1.25 ਸਾਲ ਪਹਿਲਾਂ ਇੱਕ ਕ੍ਰਿਸ਼ਨ ਕਤਲकांड ਵਾਪਰਿਆ ਸੀ, ਉਹਦੇ ਵਿੱਚ ਵੀ ਗੂੰਜਿਆ ਸੀ। ਉਹਦੇ ਤੋਂ ਬਾਅਦ ਹਰਿਆਣਾ ਪੁਲਿਸ ਨੇ ਉਹਦੇ ਉੱਤੇ 25,000 ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ ਕਿ ਜੇਕਰ ਕੋਈ ਉਹਦੀ ਸੂਹ ਦੇਵੇਗਾ। ਦੂਸਰੇ ਪਾਸੇ ਪੰਜਾਬ ਪੁਲਿਸ ਨੇ ਵੀ ਇਸ ਕਤਲकांड ਦੇ ਵਿੱਚ 4 ਸ਼ਾਰਪ ਸ਼ੂਟਰਾਂ ਦੀ ਪਹਿਚਾਣ ਕੀਤੀ ਸੀ। ਉਹਨਾਂ ਵਿੱਚ ਪ੍ਰਿਆਵਰਤ ਫੌਜੀ ਵੀ ਸੀ, ਅੰਕਿਤ ਸੇਰਸਾ ਵੀ ਸੀ ਅਤੇ ਨਾਲ ਪੰਜਾਬ ਦੇ ਜਗਰੂਪ ਰੂਪਾ ਅਤੇ ਮੋਗਾ ਦਾ ਰਹਿਣ ਵਾਲਾ ਮਨੂ ਕੁੱਸਾ ਵੀ ਸੀ। ਪੰਜਾਬ ਪੁਲਿਸ ਵੀ ਇਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਤੁਹਾਨੂੰ ਯਾਦ ਕਰਵਾ ਦਿਆਂ ਕਿ 29 ਮਈ ਦੀ ਸ਼ਾਮ ਸੀ, ਤਕਰੀਬਨ 5:30 ਦਾ ਸਮਾਂ ਸੀ, ਜਦੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਪਿੰਡ ਮੂਸਾ ਤੇ ਮੂਸੇ ਦੇ ਨੇੜੇ ਪੈਂਦਾ ਜਵਾਹਰ ਕੇ, ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਨਾਲ ਉਸ ਵਕਤ ਉਹਦੇ ਇੱਕ ਚਚੇਰਾ ਭਰਾ ਅਤੇ ਇੱਕ ਗਵਾਂਢੀਆਂ ਦਾ ਮੁੰਡਾ ਸੀ। ਤਕਰੀਬਨ 40 ਰਾਉਂਡ ਫਾਇਰ ਕੀਤੇ ਗਏ ਸੀ ਅਤੇ ਮੂਸੇਵਾਲੇ ਦੇ ਸਰੀਰ ਉੱਤੇ 19 ਜ਼ਖਮ ਪਾਏ ਗਏ ਸੀ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਸੀ ਤੇ 7 ਗੋਲੀਆਂ ਪੋਸਟਮਾਰਟਮ ਦੇ ਵਕਤ ਉਹਦੇ ਸਰੀਰ ਦੇ ਵਿੱਚੋਂ ਕੱਢੀਆਂ ਗਈਆਂ ਸੀ। ਪੋਸਟਮਾਰਟਮ ਦੇ ਵਿੱਚ ਇਸ ਗੱਲ ਦਾ ਖੁਲਾਸਾ ਵੀ ਸੀ ਕਿ ਗੋਲੀ ਲੱਗਣ ਤੋਂ ਤਕਰੀਬਨ 15 ਮਿੰਟ ਬਾਅਦ ਸਿੱਧੂ ਦੀ ਮੌਤ ਹੋਈ ਸੀ।
ਹੁਣ इस कतलकांड ਦੇ ਨਾਲ ਸੰਬੰਧਿਤ ਪੰਜਾਬ ਪੁਲਿਸ ਕੁੱਲ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਸ਼ਾਰਪ ਸ਼ੂਟਰ ਵੀ ਸੀ, ਜਿਨ੍ਹਾਂ ਵਿੱਚ ਕਰੋਲਾ ਗੱਡੀ ਪਹੁੰਚਾਉਣ ਵਾਲਾ ਮਨਪ੍ਰੀਤ ਭਾਊ ਵੀ ਸੀ, ਮਨਪ੍ਰੀਤ ਮੰਨਾ ਵੀ ਅਤੇ ਸਰਾਜ ਮਿੰਟੂ, ਪ੍ਰਭਦੀਪ ਪੱਬੀ, ਇਹਦੇ ਨਾਲ ਮੋਨੂ ਡਾਗਰ, ਪਵਨ ਬਿਸ਼ਨੋਈ, ਨਸੀਬ ਖਾਨ, ਮਨਮੋਹਨ ਮੋਹਣਾ ਅਤੇ ਮੂਸੇਵਾਲੇ ਦਾ ਫੈਨ ਬਣ ਕੇ ਰੇਕੀ ਕਰਨ ਵਾਲਾ ਸੰਦੀਪ ਕੇਕੜਾ ਵੀ ਸ਼ਾਮਲ ਹੈ। ਤੇ ਇਹਦੇ ਇਲਾਵਾ ਪੰਜਾਬ ਪੁਲਿਸ ਬੀਤੇ ਦਿਨੀ ਇਸ ਕਤਲकांड ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਬਿਸ਼ਨੋਈ ਨੂੰ ਵੀ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਈ ਸੀ ਅਤੇ ਅੱਜ ਉਸ ਨੂੰ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ। ਵੇਖਦੇ ਹਾਂ ਕਿ ਦੁਬਾਰਾ ਉਹਦਾ ਰਿਮਾਂਡ ਮਿਲਦਾ ਹੈ। ਇਹ ਅੱਜ ਫਿਰ ਨਜ਼ਰਾਂ ਟਿੱਕੀਆਂ ਰਹਿਣਗੀਆਂ। ਸਾਰਾ ਦਿਨ ਕੱਲ੍ਹ ਖਰੜ ਦੇ ਵਿੱਚ ਵੀ ਬੜੀ ਚਹਿਲ ਪਹਿਲ ਰਹੀ, ਬਹੁਤ ਭੱਜ ਦੌੜ ਰਹੀ ਕਿਉਂਕਿ 6ਵਾਂ ਦਿਨ ਸੀ ਅਤੇ ਅੱਜ ਉਮੀਦ ਹੈ ਕਿ ਕਿਸੇ ਵਕਤ ਵੀ ਉਹਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਦੇ ਰਿਮਾਂਡ ਦੀ ਹੋਰ ਮੰਗ ਕੀਤੀ ਜਾਏਗੀ। ਤੇ ਦੂਸਰਾ ਇਸ ਕੇਸ ਦੇ ਵਿੱਚ ਜੁੜਿਆ ਹੈ ਗੋਲਡੀ ਬਰਾੜ ਦਾ ਨਾਮ। ਗੋਲਡੀ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਦਿੱਲੀ ਪੁਲਿਸ ਵੱਲੋਂ ਸ਼ਾਰਪ ਸ਼ੂਟਰ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ, ਇਹਨਾਂ ਦੀ ਉਮਰ ਤੁਸੀਂ ਦੇਖੋ ਕਿੰਨੀ ਕੁ ਹੈ। 26 ਵਰਿਆਂ ਦਾ ਪ੍ਰਵਰਤ ਫੌਜੀ ਹੈ, 24 ਵਰਿਆਂ ਦਾ ਕਸ਼ਿਸ਼ ਹੈ ਅਤੇ 29 ਵਰਿਆਂ ਦਾ ਸਿਰਫ ਕੇਸ਼ਵ ਹੈ। ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 14 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਤੇ ਇਸ ਰਿਮਾਂਡ ਤੋਂ ਬਾਅਦ ਹੁਣ ਦੇਖੋ ਕਿ ਪੰਜਾਬ ਪੁਲਿਸ ਨੂੰ ਇਹ ਕਦੋਂ ਮਿਲਦੇ ਹੈ। ਪਰ ਹੁਣ ਇਸ ਸਾਰੇ ਕਾਸੇ ਦੇ ਵਿੱਚ ਕਈ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜਨਵਰੀ ਮਹੀਨੇ ਤੋਂ ਲਗਾਤਾਰ ਇੱਕ ਵਾਰ ਨਹੀਂ ਅਨੇਕਾਂ ਵਾਰ ਰੇਕੀ ਕੀਤੀ ਗਈ। ਆ ਜਿਹੜਾ ਹੁਣ AK-47 ਵਾਲਾ ਵਿੱਚ ਮਸਲਾ ਆ ਗਿਆ ਕਿ AK-47 ਚਲਾਈ ਗਈ ਹੈ। ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨਾਂ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਸ਼ਾਹਰੁਖ ਜਿਹੜਾ ਰੇਕੀ ਕਰਨ ਵਾਸਤੇ ਆਇਆ ਸੀ, ਉਹਨੇ ਵੀ ਜ਼ਿਕਰ ਕੀਤਾ ਸੀ ਕਿ AK-47 ਵੇਖ ਕੇ ਮੈਂ ਜਾ ਕੇ ਕਿਹਾ ਸੀ ਕਿ AK-47 ਦਾ ਪ੍ਰਬੰਧ ਕਰਕੇ ਦਿਓ ਜੇ ਤੁਸੀਂ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਉਣਾ ਚਾਹੁੰਦੇ ਹੋ। ਪਰ ਹੁਣ ਤਕਰੀਬਨ ਇਸ ਕਤਲकांड ਦੀ ਤਸਵੀਰ ਸਾਫ਼ ਹੋ ਗਈ ਹੈ। ਮਾਸਟਰਮਾਈਂਡ ਕੌਣ ਸੀ, ਸਾਜ਼ਿਸ਼ ਘਾੜਾ ਕੌਣ ਸੀ, ਬੀਤੇ ਦਿਨਾਂ ਦੇ ਵਿੱਚ ਉਸ ਗੱਲ ਦਾ ਜ਼ਿਕਰ ਹੋ ਗਿਆ ਹੈ ਤੇ ਕਿੱਥੇ ਸਾਜ਼ਿਸ਼ ਘੜੀ ਗਈ ਇਸ ਗੱਲ ਦਾ ਜ਼ਿਕਰ ਹੋ ਗਿਆ ਹੈ। ਕਿਹੜੇ ਬੰਦੇ ਉਹ ਕਰੋਲਾ ਤੇ ਬਲੈਰੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਸੀ ਉਸ ਗੱਲ ਦਾ ਜ਼ਿਕਰ ਹੋ ਗਿਆ। ਪਰ ਤੁਸੀਂ ਦੇਖੋ ਕਿ ਨਿੱਕੀ ਜੀ ਚੀਜ਼ ਨੇ ਸੁਰਾਗ ਕੀ ਸੀ, ਕਿਵੇਂ ਪੁਲਿਸ ਇਹਨਾਂ ਤੱਕ ਪਹੁੰਚੀ। ਤੁਹਾਨੂੰ ਯਾਦ ਹੋਣਾ ਜਿਹੜੀ ਬਲੈਰੋ ਗੱਡੀ ਸੀ ਉਹ ਇੱਕ ਪੈਟਰੋਲ ਪੰਪ ਤੇ ਤੇਲ ਪਵਾ ਕੇ ਆਈ ਸੀ, ਡੀਜ਼ਲ ਪਵਾ ਕੇ ਆਈ ਸੀ। ਜਦੋਂ ਪੁਲਿਸ ਦੇ ਹੱਥ ਉਹ ਲੱਗੀ ਸੀ ਉਹਦੇ ਵਿੱਚੋਂ ਉਸ ਪੈਟਰੋਲ ਪੰਪ ਦੀ ਇੱਕ ਡੀਜ਼ਲ ਪਵਾਉਣ ਵਾਲੀ ਪਰਚੀ ਮਿਲੀ ਸੀ। ਪੁਲਿਸ ਉੱਥੇ ਪਹੁੰਚੀ ਸੀ। ਉੱਥੇ ਜਦੋਂ CCTV ਕਢਾਇਆ ਤੇ ਉੱਥੇ ਉਹ ਖੜੀ ਗੱਡੀ ਮਿਲ ਗਈ ਸੀ, ਡੀਜ਼ਲ ਭਰਾਉਂਦਿਆਂ ਦੀ ਤਸਵੀਰ ਆ ਗਈ ਸੀ। ਤੇ ਫਿਰ ਆ ਪ੍ਰਿਆਵਰਤ ਫੌਜੀ ਹੋਰੀ ਇਹ ਸਾਰੇ ਉਹ CCTV ਕੈਮਰੇ ਦੇ ਵਿੱਚ ਕੈਦ ਹੋ ਗਏ ਸੀ ਤੇ ਉੱਥੋਂ ਇਹ ਭੇਤ ਖੁੱਲ੍ਹ ਗਏ ਸੀ। ਔਰ ਉਸ ਥਿਊਰੀ ਤੇ ਕੰਮ ਕਰਦਿਆਂ ਆਖਰਕਾਰ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਈ ਹੈ। ਤੇ ਹੁਣ ਦਵਿੰਦਰ ਬੰਬੀਹਾ ਭਾਵੇਂ ਉਹਦਾ ਤਾਂ ਕਤਲ ਕਰ ਦਿੱਤਾ ਗਿਆ ਸੀ ਜਾਂ ਇਹ ਆਖ ਸਕਦਾ ਕਿ ਉਹ ਇਸ ਜਹਾਨ ਤੇ ਨਹੀਂ, ਉਹਦਾ ਮੁਕਾਬਲਾ ਬਣਾ ਦਿੱਤਾ ਗਿਆ ਸੀ। ਪਰ ਹੁਣ ਉਹਦੇ ਪਿੰਡ ਦੇ ਵਿੱਚ ਖਬਰ ਮਿਲੀ ਹੈ ਕਿ ਬੀਤੀ ਅੱਧੀ ਰਾਤ ਨੂੰ ਤਾਬੜਤੋੜ ਗੋਲੀਬਾਰੀ ਹੋਈ ਹੈ। ਖਬਰ ਇਹ ਹੈ ਕਿ ਗੋਲੀਬਾਰੀ ਉੱਥੋਂ ਦੇ ਇੱਕ ਕਿਸਾਨ ਦੇ ਘਰ ਤੇ ਹੋਈ ਹੈ, ਜਿਸ ਨੂੰ ਕੁਝ ਕੁ ਦਿਨ ਪਹਿਲਾਂ ਕੁਝ ਗੈਂਗਸਟਰਾਂ ਨੇ 5 ਲੱਖ ਰੁਪਏ ਦੀ ਫਰੌਤੀ ਮੰਗੀ ਸੀ ਅਤੇ ਕਿਸਾਨ ਨੂੰ ਇਹ ਵੀ ਆਖਿਆ ਸੀ ਕਿ ਦੇਖ ਲੈ ਫਿਰ ਇਹਦਾ ਅੰਜਾਮ ਮਾੜਾ ਹੋਏਗਾ। ਕਿਸਾਨ ਫਰੌਤੀ ਦੇ ਨਾ ਸਕਿਆ, ਅਸਮਰੱਥਾ ਪ੍ਰਗਟਾਈ ਅਤੇ ਉਹਦੇ ਤੋਂ ਬਾਅਦ ਆ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ਦਾ ਸ਼ੱਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਉੱਤੇ ਕੀਤਾ ਜਾ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕੰਮ ਕੈਨੇਡਾ ਰਹਿੰਦੇ ਗੋਲਡੀ ਬਰਾੜ ਦੇ ਬੰਦਿਆਂ ਦਾ। ਸਿੱਧੇ ਤੌਰ ਤੇ ਇਹ ਆਖਿਆ ਜਾ ਸਕਦਾ ਹੈ ਕਿ ਗੈਂਗਸਟਰ ਬੰਬੀਹਾ ਦੇ ਪਿੰਡ ਦੇ ਵਿੱਚ ਵਾਰਦਾਤ ਕਰਨ ਵਾਸਤੇ ਉਹ ਪਹੁੰਚੇ। ਫਿਲਹਾਲ ਇਸ ਗੋਲੀਬਾਰੀ ਦੇ ਨਾਲ ਸੰਬੰਧਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। CCTV ਫੁਟੇਜ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਕਿ ਦਵਿੰਦਰ ਬੰਬੀਹਾ ਦਾ ਪਿੰਡ ਬੰਬੀਹਾ ਭਾਈ ਕਾ ਜ਼ਿਲ੍ਹਾ ਮੋਗਾ 'ਚ ਪੈਂਦਾ ਹੈ ਤੇ ਇੱਥੋਂ ਦਾ ਹੀ ਇੱਕ ਕਿਸਾਨ ਤਰਲੋਚਨ ਸਿੰਘ, ਜਿਸ ਨੂੰ ਕੁਝ ਦਿਨ ਪਹਿਲਾਂ WhatsApp ਦੇ ਉੱਤੇ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਜਾਂਦੀ ਹੈ ਤੇ ਤਰਲੋਚਨ ਸਿੰਘ ਨੂੰ ਧਮਕੀ ਦਿੱਤੀ ਜਾਂਦੀ ਹੈ ਤੇ 5 ਲੱਖ ਰੁਪਏ ਦੀ ਫਰੌਤੀ ਮੰਗੀ ਗਈ ਸੀ। ਤਰਲੋਚਨ ਸਿੰਘ ਨੇ ਉਹ ਫਰੌਤੀ ਮੰਗਣ ਵਾਲੀ ਕਾਲ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ, ਪਰ ਪੁਲਿਸ ਉਸ ਨੰਬਰ ਨੂੰ ਟਰੇਸ ਨਹੀਂ ਸੀ ਕਰ ਸਕੀ। ਦੱਸਣਾ ਬਣਦਾ ਕਿ ਬੀਤੇ ਦਿਨੀ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ, ਬਿਸ਼ਨੋਈ ਗਰੁੱਪ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਲਾਰੈਂਸ ਬਿਸ਼ਨੋਈ ਦਾ ਗਰੁੱਪ ਤੇ ਦੂਸਰੇ ਪਾਸੇ ਬੰਬੀਹਾ ਗਰੁੱਪ ਆਮੋ ਸਾਹਮਣੇ ਖੜ ਗਏ ਸੀ। ਜਿੱਥੇ ਲਾਰੈਂਸ ਗੈਂਗ ਨੇ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ, ਉੱਥੇ ਦੂਸਰੇ ਪਾਸੇ ਬੰਬੀਹਾ ਗਰੁੱਪ ਨੇ ਧਮਕੀ ਦਿੱਤੀ ਸੀ
कि वो मूसेवाले के कतल का बदला जरूर लैणगे ਅਤੇ ਹੁਣ ਬੰਬੀਹਾ ਦੇ ਆਪਣੇ ਪਿੰਡ ਵਿੱਚ ਬੀਤੀ ਰਾਤ ਤਾਬੜਤੋੜ ਗੋਲੀਆਂ ਚੱਲੀਆਂ ਤੇ ਕਈ ਗੋਲੀਆਂ ਚੱਲੀਆਂ ਨੇ। ਵੇਖਦੇ ਹਾਂ ਕਿ ਇਸ ਜਾਂਚ ਪੜਤਾਲ ਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਹੈ। ਤੇ ਹੁਣ ਗੱਲ ਕਰਦੇ ਹਾਂ ਸੰਗਰੂਰ ਜ਼ਿਮਨੀ ਚੋਣ ਦੀ। ਸਾਰੀਆਂ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਹੁਣ ਸੱਤਾਧਾਰੀ ਧਿਰ ਹੈ ਉਹਨਾਂ ਨੂੰ ਵੀ ਲਾਲੇ ਪੈ ਨੇ ਕਿ ਜਿੱਤਣਾ ਲਾਜ਼ਮੀ ਹੈ। ਉਹਦਾ ਕਾਰਨ ਇਹ ਹੈ ਕਿ 2 ਵਾਰ ਇਸੇ ਹੀ ਸੰਗਰੂਰ ਲੋਕ ਸਭਾ ਹਲਕੇ ਤੋਂ ਭਗਵੰਤ ਮਾਨ ਚੋਣ ਜਿੱਤੇ ਸੀ ਤੇ ਉਹਨਾਂ ਦੇ ਅਸਤੀਫਾ ਦੇਣ ਕਾਰਨ ਇਹ ਲੋਕ ਸਭਾ ਹਲਕਾ ਖਾਲੀ ਹੋਇਆ ਸੀ। ਤੇ ਇੱਥੋਂ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗੁਰਮੇਲ ਸਿੰਘ ਘਰਾਚੋਂ। ਗੁਰਮੇਲ ਸਿੰਘ ਦੇ ਹੱਕ ਦੇ ਵਿੱਚ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਚੇਚੇ ਤੌਰ ਤੇ ਕੱਲ੍ਹ ਰੋਡ ਸ਼ੋਅ ਕਰਨ ਵਾਸਤੇ ਪਹੁੰਚੇ ਸੀ। ਖਬਰ ਇਹ ਹੈ ਕਿ ਲੋਕਾਂ ਨੇ ਜ਼ਬਰਦਸਤ ਸਮਰਥਨ ਕੀਤਾ। ਰੋਡ ਸ਼ੋਅ ਦੇ ਦੌਰਾਨ ਖਬਰ ਹੈ ਕਿ ਸੰਗਰੂਰ ਤੋਂ ਲੈ ਕੇ ਬਰਨਾਲਾ ਤੱਕ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਇਹਨਾਂ ਦੋਵਾਂ ਆਗੂਆਂ ਦੇ ਉੱਤੇ ਥਾਂ ਦੇ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ, ਸਵਾਗਤ ਕੀਤਾ। ਤੇ ਜਦੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਅਰਵਿੰਦ ਕੇਜਰੀਵਾਲ, ਉਹਨਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦਾ ਸਫਾਇਆ ਕਰ ਰਹੀ ਹੈ ਤੇ ਲਗਾਤਾਰ ਇਹ ਮੁਹਿੰਮ ਚੱਲ ਰਹੀ ਹੈ। ਉਹ ਕਹਿੰਦੇ ਭ੍ਰਿਸ਼ਟਾਚਾਰ ਦੇ ਮਸਲੇ ਤੇ ਸਾਡੀ ਪਾਰਟੀ ਦਾ, ਸਾਡੀ ਸਰਕਾਰ ਦਾ ਕੋਈ ਸਮਝੌਤਾ ਨਹੀਂ, ਨਾ ਅਸੀਂ ਸਮਝੌਤਾ ਕਰ ਸਕਦੇ ਹਾਂ। ਭ੍ਰਿਸ਼ਟਾਚਾਰ ਕਰਨ ਵਾਲਾ ਭਾਵੇਂ ਸਾਡੀ ਆਪਣੀ ਪਾਰਟੀ ਦਾ ਹੋਵੇ ਜਾਂ ਕਿਸੇ ਦੂਸਰੀ ਪਾਰਟੀ ਦਾ ਹੋਵੇ, ਆਪਣਾ ਪਰਾ ਦੇਖ ਕੇ ਛੱਡਿਆ ਨਹੀਂ ਜਾਏਗਾ ਜਾਂ ਕਿਸੇ ਨੂੰ ਢੱਕਿਆ ਨਹੀਂ ਜਾਏਗਾ। ਉਹ ਕਹਿੰਦੇ ਸਾਡਾ ਆਪਣਾ ਇੱਕ ਮੰਤਰੀ ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਤੇ ਮੁੱਖ ਮੰਤਰੀ ਮਾਨ ਨੇ ਤੁਰੰਤ ਮੰਤਰੀ ਮੰਡਲ ਚੋਂ ਬਰਖਾਸਤ ਵੀ ਕੀਤਾ ਤੇ ਅੱਜ ਕੱਲ੍ਹ ਜੇਲ੍ਹ 'ਚ ਬੈਠਾ। ਪਰ ਪਿਛਲੀਆਂ ਸਰਕਾਰਾਂ ਦੇ ਵਿੱਚ ਕਹਿੰਦੇ ਸਭ ਕੁਝ ਹੁੰਦਾ ਸੀ ਪਰ ਕਿਹਾ ਕੁਛ ਨਹੀਂ ਸੀ ਜਾਂਦਾ। ਉਹ ਕਹਿੰਦੇ ਭਾਵੇਂ ਪਿਛਲੀਆਂ ਸਰਕਾਰਾਂ ਦੇ ਮੰਤਰੀ ਹੋਣ, ਉਹਨਾਂ ਦੇ ਭ੍ਰਿਸ਼ਟਾਚਾਰ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ। ਜਿਹੜਾ ਵੀ ਦੋਸ਼ੀ ਪਾਇਆ ਗਿਆ ਬਖਸ਼ਿਆ ਕੋਈ ਨਹੀਂ ਜਾਣਾ, ਉਹਨੂੰ ਜੇਲ੍ਹ ਜ਼ਰੂਰ ਭੇਜਿਆ ਜਾਊ। ਤੇ ਨਾਲ ਫਿਰ ਗੱਲ ਹੋਈ ਚੁਣਾਵੀ ਵਾਅਦਿਆਂ ਦੀ। ਉਹ ਕਹਿੰਦੇ ਪਹਿਲੇ ਦਿਨ ਤੋਂ ਹੀ ਭਗਵੰਤ ਮਾਨ ਦੇ ਵੱਲੋਂ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਹਨਾਂ ਤੇ ਕੰਮ ਸ਼ੁਰੂ ਹੋਇਆ। 1 ਜੁਲਾਈ ਤੋਂ ਪੂਰੇ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਗਰੰਟੀ ਕੀਤੀ ਗਈ ਸੀ ਉਹਦੇ ਅਨੁਸਾਰ ਬਿਜਲੀ ਮੁਫਤ ਕਰਤੀ ਜਾ ਰਹੀ ਹੈ। ਬਾਕੀ ਗਰੰਟੀਆਂ ਤੇ ਕੰਮ ਚੱਲ ਰਿਹਾ ਹੈ। ਜਲਦ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ। ਕੇਜਰੀਵਾਲ ਨੇ ਸੰਗਰੂਰ ਦੇ ਲੋਕਾਂ ਨੂੰ ਗੁਰਮੇਲ ਸਿੰਘ ਘਰਾਚੋਂ ਨੂੰ ਜਿਤਾਉਣ ਦੇ ਵਾਸਤੇ ਅਪੀਲ ਕੀਤੀ ਕਿ ਆਖਿਆ ਕਿ ਲੋਕ ਸਭਾ ਦੇ ਵਿੱਚ ਭਗਵੰਤ ਮਾਨ ਤੋਂ ਬਾਅਦ ਗੁਰਮੇਲ ਸਿੰਘ ਪੰਜਾਬ ਦੀ ਆਵਾਜ਼ ਚੁੱਕਣਗੇ। ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਖਿਆ ਕਿ ਸੰਗਰੂਰ ਦੀ ਧਰਤੀ ਇਨਕਲਾਬੀ ਧਰਤੀ ਹੈ। ਸੰਗਰੂਰ ਦੇ ਲੋਕ ਬਦਲਾਅ ਕਰਨ ਲਈ ਪੂਰੇ ਮੁਲਕ ਵਿੱਚ ਮਸ਼ਹੂਰ ਹੋਏ ਹੈ। 2022 ਦੀਆਂ ਚੋਣਾਂ ਦੇ ਦੌਰਾਨ ਵੀ ਕਹਿੰਦੇ ਪੰਜਾਬ ਦੇ ਵਿੱਚ ਜਿਹੜਾ ਇਨਕਲਾਬ ਆਇਆ ਉਹਦੀ ਸ਼ੁਰੂਆਤ ਸਾਲ 2014 ਦੇ ਵਿੱਚ ਸੰਗਰੂਰ ਦੇ ਲੋਕਾਂ ਨੇ ਕੀਤੀ ਸੀ। ਉਹਨਾਂ ਨੇ ਆਖਿਆ ਕਿ ਸੰਗਰੂਰ ਦੇ ਲੋਕਾਂ ਦੀ ਬਦੌਲਤ ਉਹ ਇੱਥੋਂ ਤੱਕ ਪਹੁੰਚੇ ਹੈ। ਸੰਗਰੂਰ ਦੇ ਲੋਕਾਂ ਦਾ ਕਰਜ਼ ਉਹ ਜੀਵਨ ਭਰ ਉਤਾਰ ਨਹੀਂ ਸਕਣਗੇ। ਮੁੱਖ ਮੰਤਰੀ ਮਾਨ ਨੇ ਸੰਗਰੂਰ ਦੇ ਲੋਕਾਂ ਲਈ ਕੁਝ ਐਲਾਨ ਕਰਦਿਆਂ ਕਿਹਾ ਕਿ ਸੰਗਰੂਰ ਵਿੱਚ ਭਾਰਤ ਦਾ ਸਭ ਤੋਂ ਚੰਗਾ ਮੈਡੀਕਲ ਕਾਲਜ ਬਣਾਇਆ ਜਾਏਗਾ। ਇਹਦੇ ਨਾਲ ਹੀ ਸੰਗਰੂਰ ਨੂੰ ਮੁਲਕ ਦਾ ਉਦਯੋਗਿਕ ਹੱਬ ਬਣਾਵਾਂਗੇ ਅਤੇ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਾਂਗੇ। ਪਰ ਫੈਸਲਾ ਇਸੇ ਤਰ੍ਹਾਂ ਸਾਰੇ ਕਹਿੰਦੇ ਨੇ ਕਿ ਅਸੀਂ ਆਹ ਵੀ ਕਰਾਂਗੇ, ਅਸੀਂ ਉਹ ਵੀ ਕਰਾਂਗੇ। ਪਰ ਕੀ ਇਹ ਗੱਲਾਂ, ਇਹ ਤਰਕ, ਇਹ ਦਲੀਲਾਂ ਸੰਗਰੂਰ ਦੇ ਵੋਟਰਾਂ ਨੂੰ ਰਾਸ ਆਉਣਗੀਆਂ? ਇਹ ਫੈਸਲਾ 23 ਤਰੀਕ ਨੂੰ ਉਹ ਕਰਨਗੇ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਉਹ ਵੋਟ ਪਾਉਂਦੇ ਆ ਤੇ ਕਿਹਦੇ ਵਿਰੋਧ 'ਚ ਪਾਉਂਦੇ ਆ। ਇਹ ਚੋਣ ਨਤੀਜੇ ਦੱਸ ਦੇਣਗੇ। ਪਰ ਉਮੀਦ ਹੈ ਕਿ ਇਸ ਵਾਰ ਦਾ ਚੋਣ ਨਤੀਜਾ ਕੁਝ ਵੱਖਰਾ ਹੋ ਸਕਦਾ ਹੈ। ਤੇ ਅਗਲੀ ਖਬਰ, ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਆਪ ਸਰਕਾਰ ਪੰਜਾਬ ਦੇ ਵਿੱਚ ਆਪਣਾ ਪਲੇਠਾ ਬਜਟ ਪੇਸ਼ ਕਰਨ ਜਾ ਰਹੀ ਹੈ ਤੇ ਇਹ ਸੈਸ਼ਨ 24 ਤਰੀਕ ਤੋਂ ਸ਼ੁਰੂ ਹੋਏਗਾ। ਤੇ ਇਸ ਸੈਸ਼ਨ ਦੇ ਵਿੱਚ ਇੱਕ ਵਿਧਾਇਕ, ਇੱਕ ਪੈਨਸ਼ਨ, ਇਹ ਬਿੱਲ ਲੈ ਕੇ ਆਉਣਾ ਸਰਕਾਰ ਨੇ। ਇਸੇ ਤਰ੍ਹਾਂ ਠੇਕਾ ਪ੍ਰਣਾਲੀ ਦੇ ਤਹਿਤ ਭਰਤੀ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਵੀ ਬਜਟ ਸੈਸ਼ਨ ਦੇ ਵਿੱਚ ਬਿੱਲ ਲਿਆਂਦਾ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਬਕਾ ਵਿਧਾਇਕਾਂ ਨੂੰ ਜਿਹੜੀ ਪੈਨਸ਼ਨ ਮਿਲਦੀ ਹੈ, ਜਿਹੜੇ ਗੱਫੇ ਮਿਲਦੇ ਆ, ਉਹਨਾਂ ਨੂੰ ਕੱਟ ਲਗਾਏ ਜਾਣ ਦਾ ਮਾਮਲਾ ਕਾਫੀ ਸੁਰਖੀਆਂ 'ਚ ਰਿਹਾ। ਪੰਜਾਬ ਕੈਬਨਿਟ ਨੇ ਦਰਅਸਲ 2 ਮਈ ਨੂੰ ਇੱਕ ਵਿਧਾਇਕ ਤੇ ਇੱਕ ਪੈਨਸ਼ਨ ਇਹਦੇ ਬਾਬਤ ਇੱਕ ਆਰਡੀਨੈਂਸ ਨੂੰ ਹਰੀ ਝੰਡੀ ਦਿੱਤੀ ਸੀ। ਪਰ ਬਾਅਦ ਦੇ ਵਿੱਚ ਪੰਜਾਬ ਦੇ ਰਾਜਪਾਲ ਨੇ ਉਸ ਨੂੰ ਮੋੜ ਦਿੱਤਾ ਸੀ ਤੇ ਆਖ ਦਿੱਤਾ ਸੀ ਕਿ ਇਸ ਮਾਮਲੇ ਤੇ ਬਜਟ ਸੈਸ਼ਨ ਦੇ ਵਿੱਚ ਬਿੱਲ ਲਿਆਂਦਾ ਜਾਵੇ। ਜਦੋਂ ਕਿ ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਲੋਕਾਂ ਦੀ ਰਾਏ ਵੀ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ 60 ਸਾਲ ਦੀ ਉਮਰ ਤੇ ਜਾ ਕੇ ਪੈਨਸ਼ਨ ਲੱਗਦੀ ਹੈ ਤਾਂ ਵਿਧਾਇਕ ਕਿਹੜੀ ਮੋਗਰੀ ਮਾਰਦੇ ਆ, ਵੀ ਇਹ ਕਿਹੜੀਆਂ ਮੋਗਲੀਆਂ ਫੇਰਦੇ ਆ। ਤਾਂ ਇਹਨਾਂ ਵਿਧਾਇਕਾਂ ਨੂੰ ਵੀ 60 ਸਾਲ ਤੇ ਜਾ ਕੇ ਹੀ ਪੈਨਸ਼ਨ ਮਿਲਣੀ ਚਾਹੀਦੀ ਹੈ।
ਤੇ ਇਸ ਬਿੱਲ ਦੇ ਵਿੱਚ ਸੰਭਾਵਨਾ ਹੈ ਕਿ ਵਿਧਾਇਕਾਂ ਦੀ ਪੈਨਸ਼ਨ ਲੈਣ ਦੀ ਉਮਰ ਸੀਮਾ ਤੈਅ ਕੀਤੀ ਜਾ ਸਕਦੀ ਹੈ। ਉਹਦੇ ਨਾਲ ਸਰਕਾਰੀ ਖਜ਼ਾਨੇ ਨੂੰ, ਸਰਕਾਰੀ ਪੈਸੇ ਨੂੰ ਕਾਫੀ ਬਚਤ ਹੋ ਸਕਦੀ ਹੈ। ਪਰ ਦੂਸਰੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਨਜ਼ਰ ਮਾਰੀਏ, ਸੱਤਾਧਾਰ ਪਾਰਟੀ ਹੈ ਜਿਹੜੀ, ਤਾਂ ਉਹਨਾਂ ਦੇ ਵਿੱਚੋਂ ਬਹੁਤੇ ਵਿਧਾਇਕਾਂ ਦੀ ਉਮਰ 60 ਸਾਲ ਤੋਂ ਘੱਟ ਹੈ। ਮੁੱਖ ਮੰਤਰੀ ਦੀ ਉਮਰ ਵੀ ਤਕਰੀਬਨ 48 ਕੁ ਵਰ੍ਹੇ ਹੈ। ਵਿਧਾਇਕਾਂ ਦੀ ਪੈਨਸ਼ਨ ਤੋਂ ਇਲਾਵਾ ਮਹਿੰਗਾਈ ਭੱਤੇ ਦੀ ਸੀਮਾ ਵੀ ਤੈਅ ਕੀਤੇ ਜਾਣ ਦੀ ਸੰਭਾਵਨਾ ਹੈ। ਇਹਦੇ ਨਾਲ ਹੀ ਇਸ ਬਜਟ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਸਕੀਮ ਲੈ ਕੇ ਆਈ ਆ ਅਗਨੀਪਥ, ਉਹਦੇ ਖਿਲਾਫ ਵੀ ਮਤਾ ਪੇਸ਼ ਕੀਤਾ ਜਾ ਸਕਦਾ ਹੈ, ਕਿਉਂਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਮਾਮਲੇ ਨੂੰ ਉਹ ਵੀ ਉਠਾ ਰਹੇ ਨੇ। ਸਾਰੀਆਂ ਵਿਰੋਧੀ ਧਿਰਾਂ ਉਠਾ ਰਹੀਆਂ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸਕੀਮ ਦਾ ਵਿਰੋਧ ਕਰ ਰਹੇ ਨੇ। ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਕੁ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਨੌਜਵਾਨ ਜਿਹੜੇ ਅੱਕੇ ਪਏ ਸੀ ਤੇ ਇਸ ਸਕੀਮ ਦਾ, ਯੋਜਨਾ ਦਾ ਵਿਰੋਧ ਕਰ ਰਹੇ ਸੀ, ਉਹਨਾਂ ਨੇ ਸਿੱਧਾ ਫੋਨ ਮਿਲਾ ਲਿਆ ਸੀ। ਫੋਨ ਮਿਲਾ ਕੇ ਆਖਿਆ ਸੀ ਕਿ ਨੌਜਵਾਨਾਂ ਦੇ ਹੱਕ 'ਚ ਖੜੋ, ਮਾਨ ਸਾਹਿਬ ਸਾਡਾ ਸਾਥ ਦਿਓ। ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਨਾਲ ਫੋਨ ਤੇ ਵਾਅਦਾ ਕਰ ਰਿਹਾ ਸੀ ਕਿ ਬਜਟ ਸੈਸ਼ਨ ਦੇ ਵਿੱਚ ਇਸ ਸਕੀਮ ਦੇ ਖਿਲਾਫ ਉਹ ਮਤਾ ਲੈ ਕੇ ਆਉਣਗੇ। ਹੁਣ ਵੇਖਣਾ ਹੋਏਗਾ, ਉਮੀਦ ਹੈ ਕਿ ਅਗਨੀਪਥ ਦੇ ਖਿਲਾਫ ਮਤੇ ਦੀ ਸੰਭਾਵਨਾ ਹੈ, ਕਿਉਂਕਿ ਹਾਲੇ ਕੁਝ ਕੁ ਦਿਨ ਪਹਿਲਾਂ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ, ਵਾਅਦਾ ਕੀਤਾ ਸੀ। ਵੇਖਦੇ ਹਾਂ ਕਿ ਨੌਜਵਾਨਾਂ ਨਾਲ ਕੀਤਾ ਵਾਅਦਾ ਪਗਾਉਂਦੇ ਆ ਜਾਂ ਨਹੀਂ। ਤੇ ਪੰਜਾਬ ਸਰਕਾਰ ਦਾ ਇਹ ਬਜਟ 24 ਤਰੀਕ ਨੂੰ, 24 ਜੂਨ ਨੂੰ ਸ਼ੁਰੂ ਹੋ ਜਾਣਾ ਹੈ। ਇਸ ਤਰ੍ਹਾਂ ਜੇਕਰ ਇਸ ਬਜਟ ਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਬਿੱਲ ਪਾਸ ਹੋ ਜਾਂਦਾ ਹੈ ਤਾਂ ਜੁਲਾਈ ਮਹੀਨੇ ਤੋਂ ਸਾਬਕਾ ਵਿਧਾਇਕਾਂ ਨੂੰ ਸਿਰਫ ਇੱਕ ਟਰਮ ਦੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਏਗੀ, ਜਦੋਂ ਕਿ ਪਹਿਲਾਂ ਸਾਬਕਾ ਵਿਧਾਇਕਾਂ ਨੂੰ ਹਰ ਟਰਮ ਦੀ ਵੱਖਰੀ ਪੈਨਸ਼ਨ ਮਿਲਿਆ ਕਰਦੀ ਸੀ। ਬਿੱਲ ਪਾਸ ਹੋਣ ਦੀ ਸੂਰਤ ਦੇ ਵਿੱਚ, ਕਿਉਂਕਿ ਇਹ ਤਾਂ ਹੈ ਹੀ ਨਹੀਂ, ਜੇ ਪੇਸ਼ ਕਰਨ ਤਾਂ ਪਾਸ ਨਹੀਂ ਹੋਊਗਾ, ਕਿਉਂਕਿ ਆਪਣੀ ਉਹਨਾਂ ਦੀ ਇੰਨੀ ਕੁ ਗਿਣਤੀ ਹੈਗੀ ਹੈ। ਹੁਣ ਬਿੱਲ ਪਾਸ ਹੋਣ ਦੀ ਸੂਰਤ ਦੇ ਵਿੱਚ ਸਾਬਕਾ ਵਿਧਾਇਕਾਂ ਨੂੰ ਇੱਕ ਟਰਮ ਤੋਂ ਜ਼ਿਆਦਾ ਟਰਮਾਂ ਦੀ ਕੋਈ ਪੈਨਸ਼ਨ ਨਹੀਂ ਮਿਲਿਆ ਕਰੂਗੀ, ਕੱਟ ਲੱਗ ਜੂ। ਤੇ ਪਾਸ ਹੋਣ ਤੋਂ ਬਾਅਦ ਸਰਕਾਰੀ ਖਜ਼ਾਨੇ ਤੋਂ 19 ਕਰੋੜ ਤੇ 53 ਲੱਖ ਰੁਪਏ ਦਾ ਸਾਲਾਨਾ ਵਿੱਤੀ ਬੋਝ ਘਟ ਜਾਊਗਾ। ਦੱਸਣਾ ਬਣਦਾ ਕਿ 17ਵੀਂ ਵਿਧਾਨ ਸਭਾ ਜਿਹੜੀ ਚੋਣ ਹੋਈ ਉਹਦੇ ਗਠਨ ਤੋਂ ਪਹਿਲਾਂ 245 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਿਆ ਕਰਦੀ ਸੀ, ਪਰ 2022 ਦੀਆਂ ਚੋਣਾਂ ਦੇ ਵਿੱਚ ਜ਼ਿਆਦਾ ਪੁਰਾਣੇ ਸਿਆਸੀ ਖਿਡਾਰੀ ਚੋਣਾਂ ਦੇ ਵਿੱਚ ਲੋਕਾਂ ਨੇ ਹਰਾਤੇ, ਜਿਸ ਦੇ ਕਰਕੇ ਸਾਬਕਾ ਵਿਧਾਇਕਾਂ ਦੇ ਅੰਕੜੇ ਦੇ ਵਿੱਚ ਨਵੇਂ 80 ਹੋਰ ਸਾਬਕਾ ਵਿਧਾਇਕ ਜੁੜ ਗਏ। ਤੇ ਆ ਨਵਾਂ ਬਿੱਲ ਪਾਸ ਹੋਣ ਦੀ ਸੂਰਤ ਦੇ ਵਿੱਚ ਸਭ ਤੋਂ ਵੱਧ ਜੇਕਰ ਕਿਸੇ ਨੂੰ ਨੁਕਸਾਨ ਹੋਣਾ ਹੈ ਤਾਂ ਬੀਬੀ ਰਜਿੰਦਰ ਕੌਰ ਭੱਠਲ ਨੂੰ ਹੋਣਾ ਹੈ, ਸਰਵਣ ਸਿੰਘ ਫਲੌਰ ਨੂੰ ਹੋਣਾ ਹੈ, ਲਾਲ ਸਿੰਘ ਨੂੰ ਹੋਣਾ ਹੈ, ਬਲਵਿੰਦਰ ਸਿੰਘ ਭੂੰਦੜ ਨੂੰ ਹੋਣਾ ਹੈ, ਗੁਲਜ਼ਾਰ ਸਿੰਘ ਰਣੀ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਹੋਣਾ ਹੈ। ਦੱਸਣਾ ਬਣਦਾ ਕਿ ਇੱਕ ਵਾਰੀ ਵਿਧਾਇਕ ਬਣਨ ਤੋਂ ਬਾਅਦ ਸਾਬਕਾ ਵਿਧਾਇਕ ਸਭ ਭੱਤਿਆਂ ਦੇ ਸਮੇਤ 75,000 ਤੇ 150 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ। ਹੁਣ ਆਪ ਸੋਚ ਲਓ ਤੁਸੀਂ ਕਿ ਤੁਸੀਂ ਕੰਮ ਵੀ ਕਰਨ ਜਾਂਦੇ ਹੋਵੋਗੇ ਔਰ ਕਿੰਨੇ ਸਾਲ ਕੰਮ ਵੀ ਕਰਦੇ ਹੋਵੋਗੇ, ਇੰਨੀ ਤਾਂ ਤਨਖਾਹ ਨਹੀਂ ਮਿਲਦੀ, ਬਹੁਤ ਨੂੰ ਪੈਨਸ਼ਨ ਤਾਂ ਗੱਲ ਦੂਰ ਹੈ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੀ ਜੇਕਰ ਮੌਜੂਦਾ ਵਿਧਾਇਕਾਂ ਦੀ ਤਨਖਾਹ ਤੇ ਭੱਤਿਆਂ ਦੀ ਗੱਲ ਕਰੀਏ ਤਾਂ ਉਹਦੇ ਉੱਤੇ ਵੀ ਅੱਗੇ ਆਮਦਨ ਕਰ ਜਿਹੜਾ ਦਿੱਤਾ ਜਾਂਦਾ ਸੀ ਪਿਛਲੀਆਂ ਸਰਕਾਰਾਂ ਦੇ ਵੇਲੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਭਰਿਆ ਜਾਂਦਾ ਸੀ, ਪਰ ਕਹਿੰਦੇ ਉਹ ਵੀ ਸਰਕਾਰੀ ਖਜ਼ਾਨੇ ਚੋਂ ਨਹੀਂ ਭਰਿਆ ਜਾਏਗਾ, ਜਿਸ ਕਾਰਨ ਵਿਧਾਇਕਾਂ ਨੂੰ ਖੁਦ ਆਪਣਾ ਆਮਦਨ ਕਰ ਖੁਦ ਧਾਰਨਾ ਹੋਏਗਾ ਅਤੇ ਇਹਦੇ ਨਾਲ ਕਰੀਬ 56 ਲੱਖ ਰੁਪਏ ਦੀ ਸਾਲਾਨਾ ਬਜਟ ਪੰਜਾਬ ਸਰਕਾਰ ਨੂੰ ਹੋਣ ਦਾ ਅਨੁਮਾਨ ਹੈ। ਇਹਦੇ ਤੋਂ ਇਲਾਵਾ ਠੇਕੇ ਤੇ ਰੱਖੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ। ਉਹ ਕਿਹਨਾਂ ਦੀਆਂ ਸੇਵਾਵਾਂ ਰੈਗੂਲਰ ਹੋ ਸਕਦੀਆਂ ਨੇ ਉਹਦੇ ਬਾਬਤ ਵੀ ਬਿੱਲ ਲਿਆਂਦੇ ਜਾਣ ਦੀ ਸੰਭਾਵਨਾ ਹੈ ਤੇ ਨਜ਼ਰਾਂ ਟਿਕੀਆਂ ਰਹਿਣਗੀਆਂ ਕਿ ਆਹ ਬਜਟ ਸੈਸ਼ਨ ਕਿਹੋ ਜਿਹਾ ਲੈ ਕੇ ਆਉਂਦੇ ਆ। ਪਰ ਇਹਦੇ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਕੁਝ ਅੰਕੜੇ ਪੇਸ਼ ਕਰ ਸਕਦੇ ਆ, ਕਿਉਂਕਿ ਉਹਨਾਂ ਦਾ ਪਲੇਠਾ ਬਜਟ ਹੈ। ਸ਼ਾਇਦ ਇਹ ਬਜਟ ਨਵੇਕਲਾ ਹੋ ਸਕਦਾ। ਉਹਦਾ ਕਾਰਨ ਹੈ ਕਿ ਕਿਉਂ ਨਵੇਕਲਾ ਹੋ ਸਕਦਾ ਹੈ, ਕਿਉਂਕਿ ਲੋਕ ਸਭਾ ਦੀਆਂ ਜ਼ਿਮਨੀ ਚੋਣ ਦੇ ਭਾਰ ਤੋਂ ਸਾਰੀਆਂ ਪਾਰਟੀਆਂ ਸਮੇਤ ਸੱਤਾਧਾਰੀ ਪੰਜਾਬ ਦੀ ਤਰਵੇਲੀਆਂ ਹੋ ਚੁੱਕੀਆਂ ਹੋਣਗੀਆਂ। ਵਿਰੋਧੀ ਧਿਰ ਭਾਵੇਂ ਕਾਂਗਰਸ ਹੈ ਤੇ ਭਾਵੇਂ ਬੁਰੀ ਤਰ੍ਹਾਂ ਨੁੱਕਰੇ ਲੱਗੇ ਹੋਏ ਅਕਾਲੀ ਭਾਜਪਾ ਵਾਲੇ ਨੇ, ਉਹਨਾਂ ਨੂੰ ਉਮੀਦ ਹੈ ਕਿ ਇਸ ਮੁੱਦੇ ਤੇ ਪੰਜਾਬ ਸਰਕਾਰ ਆਪ ਸਰਕਾਰ ਕਰਾਰੇ ਹੱਥੀਂ ਲੈ ਸਕਦੀ ਹੈ ਤੇ ਵਿਕਾਸ ਦੇ ਨਾਮ ਤੇ ਜਿਹੜਾ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ ਉਹ ਦੱਸਿਆ ਜਾਊ ਕਿ ਚੜਿਆ ਕਿਵੇਂ ਆ, ਭਾਵ ਕਰਪਸ਼ਨ ਕਰਕੇ ਚੜਿਆ, ਇਹਨਾਂ ਦੀਆਂ ਗਲਤ ਨੀਤੀਆਂ ਤੇ ਗਲਤ ਨੀਤ, ਮਾੜੀ ਨੀਤ ਦੇ ਕਾਰਨ ਚੜਿਆ। ਜਾਣਕਾਰੀ ਦੇ ਅਨੁਸਾਰ ਅਪ੍ਰੈਲ ਦੇ ਪਹਿਲੇ ਹਫ਼ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਰਥਿਕ ਮਾਹਰਾਂ ਅਤੇ ਆਡਿਟ ਸਪੈਸ਼ਲਿਸਟਾਂ ਨੂੰ 1992 ਤੋਂ ਲੈ ਕੇ
2020 ਤੱਕ ਤਕਰੀਬਨ 30 ਸਾਲਾਂ ਦੇ ਵਿੱਚ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਜਿਹੜਾ ਇਹ ਕਰਜ਼ ਪੰਜਾਬ ਦੇ ਸਿਰ ਚੜ੍ਹਿਆ ਹੈ, ਸਾਲਾਨਾ ਕਿੰਨਾ ਕਰਜ਼ ਚੜ੍ਹਦਾ ਰਿਹਾ, ਸਾਰੇ ਖਰਚਿਆਂ ਸਮੇਤ ਵਿਆਜ ਸਹਿਤ ਮੋੜਨ ਦੇ ਜਿੰਨੇ ਵੀ ਅੰਕੜੇ ਨੇ ਉਹਨਾਂ ਦੀ ਰਿਪੋਰਟ ਤਿਆਰ ਕਰਨ ਦੇ ਵਾਸਤੇ ਅਪ੍ਰੈਲ ਮਹੀਨੇ ਹੁਕਮ ਦੇ ਦਿੱਤੇ ਸੀ। ਆਖ ਦਿੱਤਾ ਸੀ ਕਿ ਰਿਪੋਰਟ ਸਾਨੂੰ ਚਾਹੀਦੀ ਹੈ ਅਤੇ ਪਹਿਲੇ ਬਜਟ ਤੋਂ ਪਹਿਲਾਂ ਚਾਹੀਦੀ ਹੈ। ਉਮੀਦ ਹੈ ਕਿ ਉਹ ਰਿਪੋਰਟ ਤਿਆਰ ਹੈ। ਹੁਣ ਇਸ ਰਿਪੋਰਟ ਦੇ ਕੁਝ ਅੰਸ਼ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਆਪਣੇ 27 ਜੂਨ ਦੇ ਭਾਸ਼ਣ ਦੇ ਵਿੱਚ ਸਦਨ ਦੇ ਵਿੱਚ ਪੇਸ਼ ਕਰ ਸਕਦੇ ਆ। ਵਿੱਤ ਮੰਤਰੀ ਦਾ ਬਜਟ ਭਾਸ਼ਣ ਅੰਕੜਿਆਂ ਦੇ ਨਾਲ ਉਮੀਦ ਹੈ ਕਿ ਸਿਆਸੀ ਵੀ ਹੋ ਸਕਦਾ ਹੈ। ਉਹਦੇ ਵਿੱਚ ਸਰਕਾਰ ਦੀਆਂ ਕੇਵਲ 4 ਮਹੀਨੇ ਦੀਆਂ ਪ੍ਰਾਪਤੀਆਂ ਹੋ ਸਕਦੀਆਂ ਨੇ, ਆਪਣੇ ਐਲਾਨ ਹੋ ਸਕਦੇ ਆ, ਜਿਹੜੀ ਫਜ਼ੂਲ ਖਰਚੀ ਘਟਾਈ ਹੈ ਜਾਂ ਜਿਹੜੀਆਂ ਬਚਤਾਂ ਕਰਨ ਦੇ ਵਾਸਤੇ ਨਵੀਆਂ ਸਕੀਮਾਂ ਉਹਨਾਂ ਨੇ ਲਾਗੂ ਕੀਤੀਆਂ ਨੇ ਜਾਂ ਕਰਨੀਆਂ ਨੇ ਉਹਨਾਂ ਦਾ ਵੇਰਵਾ ਹੋ ਸਕਦਾ ਹੈ। ਸਰਕਾਰੀ ਹਵਾਲਿਆਂ ਤੋਂ ਖਬਰ ਮਿਲ ਰਹੀ ਹੈ ਕਿ ਬੀਤੇ 20 ਸਾਲਾਂ ਦੇ ਵਿੱਚ ਕਰਜ਼ੇ ਦੀ ਪੰਡ ਜੋ ਕੇਵਲ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੀ ਅਗਵਾਈ ਦੇ ਵਿੱਚ ਸਰਕਾਰ ਦਾ ਚਾਰਜ ਸੰਭਾਲਦੇ ਹੈ 36,854 ਕਰੋੜ ਦੀ ਭਾਰੀ ਸੀ। ਹੁਣ ਹਿਸਾਬ ਲਾ ਲਿਓ ਕਿ 36,854 ਕਰੋੜ ਰੁਪਏ ਭਾਰੀ ਸੀ। ਮਾਰਚ 2021 ਦੇ ਵਿੱਚ ਵੱਧ ਕੇ ਪਤਾ ਕਿੱਥੇ ਚਲੀ ਗਈ ਉਹ 36,854 ਦੀ ਬਜਾਏ 2,52,880 ਕਰੋੜ ਰੁਪਏ ਦੀ ਹੋ ਗਈ ਸੀ। ਤੇ ਫਿਰ ਆਉਣ ਵਾਲੇ 2022-23 ਦੇ ਬਜਟ ਪ੍ਰਸਤਾਵਾਂ ਦੇ ਸਮੇਂ 3 ਲੱਖ ਕਰੋੜ ਤੋਂ ਵੱਧ ਕੇ ਇਹ ਅੰਕੜਾ ਕਰਜ਼ੇ ਵਾਲਾ ਸਾਡੇ ਸਾਹਮਣੇ ਮੂੰਹ ਚੜਾ ਰਿਹਾ, ਦੰਦੀਆਂ ਕੱਢ ਰਿਹਾ ਹੈ। ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਕਾਂਗਰਸ ਤੇ ਅਕਾਲੀ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ, ਕਰਜ਼ੇ ਬਾਬਤ ਸਿਰਫ ਤੇ ਸਿਰਫ ਕੇਂਦਰ ਸਰਕਾਰ ਨੂੰ ਕੋਸਤੀਆਂ ਰਹੀਆਂ, ਵਧੇ ਕਰਜ਼ੇ ਦਾ ਵਿਆਜ ਦਿੰਦੀਆਂ ਰਹੀਆਂ, ਮੂਲਧਨ ਵਾਪਸ ਕਰਨ ਲਈ ਹੋਰ ਕਰਜ਼ਾ ਚੁੱਕਦੀਆਂ ਰਹੀਆਂ। ਜਦੋਂ ਕਿ ਪਿਛਲੀ ਕਾਂਗਰਸ ਸਰਕਾਰ 2017 ਤੋਂ 2022 ਦੇ ਪੰਜਾਬ ਦੇ ਆਮਦਨ ਸਰੋਤਾਂ ਦੇ ਵਿੱਚ ਕੋਈ ਇਜ਼ਾਫਾ ਨਾ ਕਰ ਸਕੀ, ਸਗੋਂ ਆਮਦਨ ਦੇ ਸਰੋਤ ਦਿਨ ਬ ਦਿਨ ਸੁੰਗੜਦੇ ਰਹੇ। ਇਹਦਾ ਮਤਲਬ ਨਾ ਨੀਤੀ ਠੀਕ ਸੀ, ਨਾ ਨੀਅਤ ਠੀਕ ਸੀ। ਦੱਸਣਾ ਬਣਦਾ ਕਿ ਜਿਹੜਾ ਸਾਲਾਨਾ ਬਜਟ ਹੈ 1 ਕਰੋੜ 68 ਲੱਖ ਤੇ 15 ਕਰੋੜ ਦਾ, ਇਹਦਾ 20% ਦਾ ਪੰਜਾਬ ਸਰਕਾਰ ਪੁਰਾਣੇ ਕਰਜ਼ੇ ਤੇ ਉਹਦਾ ਵਿਆਜ ਮੋੜਨ ਤੇ ਖਰਚ ਕਰਦੀ ਹੈ। ਪੰਜਾਬ ਨੂੰ 1984 ਤੋਂ ਜੇਕਰ ਆਪਾਂ ਗੱਲ ਕਰੀਏ 1994 ਦੇ ਦੌਰਾਨ ਤਕਰੀਬਨ ਉਹ ਇੱਕ ਦਹਾਕੇ ਦਾ ਜ਼ਿਕਰ ਕਰੀਏ, ਕੇਂਦਰ ਸਰਕਾਰ ਨੇ ਅੱਤਵਾਦ ਦੇ ਵਿਰੁੱਧ ਮੁਕਾਬਲਾ ਕਰਨ ਲਈ 5800 ਕਰੋੜ ਰੁਪਏ ਦਿੱਤੇ। ਤੇ ਫਿਰ 2007 ਤੱਕ ਕੇਂਦਰ ਨੇ ਕੁੱਲ ਪੰਜਾਬ ਦੇ ਸਿਰ ਚੜੇ ਉਸ ਕਰਜ਼ੇ ਦੇ ਵਿੱਚੋਂ 5029 ਕਰੋੜ ਰੁਪਏ ਮੁਆਫ ਵੀ ਕੀਤੇ ਅਤੇ ਬਾਕੀ 771 ਕਰੋੜ ਰੁਪਏ ਪੰਜਾਬ ਨੇ ਖੁਦ ਵਾਪਸ ਕੀਤੇ। ਇਹਦੇ ਤੋਂ ਇਲਾਵਾ 1923 ਕਰੋੜ ਵਿਆਜ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਮੋੜਿਆ। ਪਰ ਸੂਬਾ ਸਰਕਾਰਾਂ ਦਾ ਕਹਿਣਾ ਕੀ ਹੈ? ਔਰ ਬਿਲਕੁਲ ਕਹਿਣਾ ਦਰੁਸਤ ਹੈ, ਭਾਵੇਂ ਉਹ ਅਕਾਲੀਆਂ ਦੀ ਸਰਕਾਰ ਸੀ, ਭਾਵੇਂ ਉਹ ਕਾਂਗਰਸ ਦੀ ਸਰਕਾਰ ਸੀ, ਭਾਵੇਂ ਮੌਜੂਦਾ ਸਰਕਾਰ ਹੈ। ਕਹਿਣਾ ਕੀ ਹੈ ਕਿ ਅੱਤਵਾਦ ਇੱਕ ਨੈਸ਼ਨਲ ਸੰਕਟ ਸੀ। ਪੰਜਾਬ ਨੇ ਆਪਣੇ ਲਈ ਨਹੀਂ, ਮੁਲਕ ਦੇ ਵਾਸਤੇ ਲੜਾਈ ਲੜੀ। ਉਸ ਲੜਾਈ ਦਾ ਜਿਹੜਾ ਜ਼ਿੰਮਾ ਸੀ, ਉਹ ਖਰਚਾ ਸੀ, ਉਹ ਪੰਜਾਬ ਸਰਕਾਰ ਕਿਉਂ ਪਵੇ? ਉਹ ਤਾਂ ਕੇਂਦਰ ਸਰਕਾਰ ਦੇ ਸਿਰ ਪੈਣਾ ਚਾਹੀਦਾ ਸੀ। ਸਰਕਾਰੀ ਅੰਕੜੇ ਦੇਖਦੇ ਹਾਂ ਤਾਂ 2019-20 ਦੇ ਵਿੱਚ ਪੰਜਾਬ ਨੇ 17,567 ਕਰੋੜ, ਪਿਛਲੇ ਸਾਲ 2021 ਦੇ ਵਿੱਚ 18,588 ਕਰੋੜ ਤੇ ਐਤਕੀ 2022 ਦੇ ਵਿੱਚ 20,316 ਕਰੋੜ ਬਤੌਰ ਕਰਜ਼ਾ ਅਤੇ ਵਿਆਜ ਵਾਪਸ ਕੀਤਾ ਹੈ। ਹੁਣ ਦਿਲਚਸਪ ਗੱਲ ਇਹ ਹੈ ਕਿ ਮੌਜੂਦਾ ਆਪ ਸਰਕਾਰ ਨੇ ਵੀ ਸਰਕਾਰ ਦਾ ਕੰਮ ਚਲਾਉਣ ਤੇ ਤਨਖਾਹਾਂ ਦੇਣ ਦੇ ਵਾਸਤੇ ਅਪ੍ਰੈਲ ਅਤੇ ਮਈ ਮਹੀਨੇ ਦੇ ਵਿੱਚ 8,000 ਕਰੋੜ ਰੁਪਏ ਦਾ ਕਰਜ਼ ਚੁੱਕ ਲਿਆ ਸੀ ਅਤੇ ਆਉਂਦੇ ਮਹੀਨੇ ਫਿਰ 10,000 ਕਰੋੜ ਦੇ ਵਾਧੂ ਕਰਜ਼ ਚੁੱਕਣ ਦੀ ਤਿਆਰੀ ਵਿੱਚ ਵੀ ਹੈ। ਤੇ ਅੰਕੜਾ ਮਾਹਰ ਦੱਸਦੇ ਹੈ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਹੈ, ਜਿਹੜੀ ਉਹਨਾਂ ਨੇ ਅਪ੍ਰੈਲ ਮਹੀਨੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਦੇ ਵਕਤ ਕੀਤੀ ਸੀ। ਦੱਸਣਾ ਬਣਦਾ ਹੈ ਕਿ ਬਾਕੀ ਸੂਬਿਆਂ ਦੇ ਵਾਂਗ ਪੰਜਾਬ ਨੂੰ GST ਦੀ ਰਕਮ ਵੀ ਸਪੈਸ਼ਲ 16,000 ਕਰੋੜ ਦੀ ਮਦਦ ਜੂਨ 2022 ਉਪਰੰਤ ਦੇਣੀ ਬੰਦ ਹੋ ਗਈ ਅਤੇ ਪੰਜਾਬ ਦਾ ਵਿੱਤੀ ਸੰਕਟ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਭਿਆਨਕ ਹੋਣ ਦੀ ਸੰਭਾਵਨਾ ਹੈ, ਜਿਸ ਦੇ ਕਾਰਨ ਪੰਜਾਬ ਦੇ ਖਜ਼ਾਨਾ ਮੰਤਰੀ ਪਿਛਲੀਆਂ ਸਰਕਾਰਾਂ ਨੇ ਕਿਵੇਂ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾਇਆ। ਬਜਟ ਸੈਸ਼ਨ ਦੇ ਵਿੱਚ ਉਮੀਦ ਹੈ ਕਿ ਕੁਝ ਉਹ ਖੁਲਾਸੇ ਕਰਨਗੇ। ਉਹ ਖੁਲਾਸਿਆਂ ਦੇ ਨਾਲ ਸਿਆਸੀ ਟਕੋਰਾਂ ਵੀ ਹੋ ਜਾਣਗੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਉਹ ਕੁਝ ਚਾਨਣ ਕਰਨ ਦੀ ਕੋਸ਼ਿਸ਼ ਵੀ ਕਰਨਗੇ।
ਸੋ ਵੇਖਦੇ ਹਾਂ ਕਿ ਜੋ ਆਪਾਂ ਕਿਆਸ ਕਰ ਰਹੇ ਹਾਂ ਕਿ ਕੀ ਬਿਲਕੁਲ ਇਹ ਦੱਸਿਆ ਜਾਂਦਾ ਹੈ ਜਾਂ ਜਿਹੜੇ ਬਿੱਲਾਂ ਦੇ ਬਾਬਤ ਇਸ ਵਕਤ ਕਨਸੂਆਂ ਮਿਲ ਰਹੀਆਂ ਨੇ ਕੀ ਵਾਕਿਆ ਉਹ ਪੇਸ਼ ਕੀਤੇ ਜਾਂਦੇ ਨੇ। ਉਮੀਦ ਹੈ ਦੋਸਤੋ ਅੱਜ ਦਾ ਆਪਣਾ ਇਹ ਪ੍ਰੋਗਰਾਮ ਤੁਹਾਨੂੰ ਜਾਣਕਾਰੀ ਭਰਪੂਰ ਵੀ ਲੱਗਿਆ ਹੋਵੇਗਾ, ਪਸੰਦ ਵੀ ਕਰੋਗੇ। ਜੇ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।